ਸਤਿ ਸ਼੍ਰੀ ਅਕਾਲ, मैं सोम सहोता। ਤੁਸੀਂ ਵੇਖ ਰਹੇ ਹੋ A1 ਪੰਜਾਬੀ ਟੀਵੀ। ਖਬਰਾਂ ਦੇ ਇਸ ਬੁਲਟਨ ਵਿੱਚ ਆਪ ਸਭ ਦਾ ਸਵਾਗਤ ਹੈ। ਮਾਰਦੇ ਹਾਂ ਸੁਰਖੀਆਂ ਤੇ ਇੱਕ ਨਜ਼ਰ। ਦਿਵਿਆਂਗਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਕੇਂਦਰ ਸਰਕਾਰ ਨੇ ਕੀਤੇ ਉਪਰਾਲੇ ਸ਼ੁਰੂ। ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਲੋਕਾਂ ਨੇ ਲਗਾਇਆ ਬਿਜਲੀ ਦਫ਼ਤਰ ਦੇ ਬਾਹਰ ਧਰਨਾ। औरत ਨੂੰ ਝਾਂਸਾ ਦੇ ਕੇ ਘਰ ਬੁਲਾਇਆ, ਕੋਲਡ ਡਰਿੰਕਸ ਦੇ ਵਿੱਚ ਕੁਝ ਜ਼ਹਿਰੀਲਾ ਪਦਾਰਥ ਮਿਲਾ ਕੇ ਮਿਟਾਈ ਆਪਣੀ ਹਵਸ। ਪੰਜਾਬ ਵਿੱਚ ਬਿਜਲੀ ਦੇ ਸੰਕਟ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰ ਦੇ ਉੱਪਰ ਕੀਤੇ ਸ਼ਬਦੀ ਹਮਲੇ। ਜ਼ਮੀਨੀ ਝਗੜੇ ਦੀ ਰੰਜਿਸ਼ ਦੇ ਤਹਿਤ ਇੱਕ ਭੱਠਾ ਮਾਲਕ ਦੇ ਕੁਝ ਲੋਕਾਂ ਵੱਲੋਂ ਜਾਨ ਲੈਣ ਦੀ ਨੀਅਤ ਦੇ ਨਾਲ ਕੀਤਾ ਹਮਲਾ। 2022 ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਖੋਲ੍ਹਿਆ ਗਿਆ ਦਫ਼ਤਰ, ਪਰ ਕਿਸਾਨ ਜਥੇਬੰਦੀਆਂ ਨੇ ਕੀਤਾ ਭਰਪੂਰ ਵਿਰੋਧ। ਸ਼੍ਰੋਮਣੀ ਭਗਤ ਬਾਬਾ ਸੈਨ ਜੀ ਦੇ ਵਿਆਹ ਸੰਬੰਧੀ ਹੋਏ ਧਾਰਮਿਕ ਸਮਾਗਮ। ਅਲੱਗ-ਅਲੱਗ ਬਾਰਡਰਾਂ ਤੇ ਬੈਠੇ ਕਿਸਾਨਾਂ ਨੇ ਸੰਘਰਸ਼ ਤੇਜ਼ ਕਰਨ ਦਾ ਕੀਤਾ ਐਲਾਨ। ਪੈਟਰੋਲ ਦੇ ਰੇਟ ਵਿੱਚ ਵਾਧਾ ਹੋਣ ਕਾਰਨ ਲੋਕਾਂ ਦਾ ਗੁੱਸਾ ਇੱਕ ਵਾਰ ਫਿਰ ਫੁੱਟਿਆ। ਪਿੰਡ ਨਾਭਾ ਦੇ ਕੱਲੋ ਮਾਜਰਾ ਵਿੱਚ ਸਾਧੂ ਸਿੰਘ ਧਰਮਸੋਤ ਦਾ ਲੋਕਾਂ ਨੇ ਕੀਤਾ ਵਿਰੋਧ। ਹੁਣ ਖਬਰਾਂ ਵਿਸਥਾਰ ਨਾਲ। ਦਿਵਿਆਂਗਾਂ ਨੂੰ ਸਮਾਜ ਦੀ ਮੁੱਖ ਧਾਰਾ ਦੇ ਵਿੱਚ ਲਿਆਉਣ ਵਾਸਤੇ ਕੇਂਦਰ ਸਰਕਾਰ ਨੇ ਕੀਤੇ ਨੇ ਬਹੁਤ ਵੱਡੇ ਉਪਰਾਲੇ। ਕੇਂਦਰ ਸਰਕਾਰ ਨੇ ਕਿਸ ਕਦਰ ਉਪਰਾਲੇ ਕੀਤੇ ਨੇ ਔਰ ਇਸ ਸ਼ੁਭ ਮੌਕੇ ਤੇ ਮੁੱਖ ਮਹਿਮਾਨ ਦੀ ਭੂਮਿਕਾ ਵਿੱਚ ਕੌਣ-ਕੌਣ ਸਨ, ਆਓ ਮਾਰਦੇ ਹਾਂ ਬਰੇਟੇ ਤੋਂ ਇਸ ਖਬਰ ਤੇ ਨਜ਼ਰ। और ਤੁਹਾਨੂੰ ਕੇਂਦਰ ਸਰਕਾਰ ਨੂੰ ਕਿਸਾਨੀ ਹੋਏਗੀ ਇਹਨਾਂ ਨਾਲ ਹੋਰ ਕੁਝ ਕਹਿਣਾ ਚਾਹੋਗੇ ਸਰਕਾਰ ਦੀ ਸਕੀਮ ਤੇ ਮਿਲੀ ਹੈ? ਧੰਨਵਾਦ। ਖਬਰ ਲੈਂਦਿਆਂ ਅਬੋਹਰ ਤੋਂ। ਬਿਜਲੀ ਦੇ ਕੱਟਾਂ ਤੋਂ ਲੋਕ ਇੰਨੇ ਕੁ ਪਰੇਸ਼ਾਨ ਨੇ ਕਿ ਉਹਨਾਂ ਨੇ ਬਿਜਲੀ ਦਫ਼ਤਰ ਦੇ ਬਾਹਰ ਹੀ ਧਰਨਾ ਲਗਾ ਦਿੱਤਾ। ਆਏ ਦਿਨ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਦੇ ਕੱਟ ਇੰਨੇ ਜ਼ਿਆਦਾ ਵੱਧ ਗਏ ਨੇ ਔਰ ਉੱਪਰੋਂ ਗਰਮੀ ਦਾ ਪ੍ਰਕੋਪ ਇੰਨਾ ਜ਼ਿਆਦਾ ਹੋ ਗਿਆ ਹੈ ਕਿ ਸੱਚਮੁੱਚ ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਤਵੰਤੇ ਸੱਜਣਾ ਨੇ ਹੋਰ ਕੀ ਗੱਲਬਾਤ ਕੀਤੀ ਹੈ, ਆਓ ਸੁਣਦੇ ਹਾਂ। हम 7 दिन से बिजली से परेशान हो रहे हैं। छोटे छोटे बच्चे जो हमारे बिलख रहे हैं, हमारा बहुत बुरा हाल है। पशुओं के लिए चारे का प्रोग्राम जो है वो भी नहीं हमारा चल रहा है। तो हम 3 गांव जो है इससे परेशान है, ढिंगावाड़ी, शेरगढ़ और वरियाम खेड़ा। ਕਾਰਨ ਇਹਨਾਂ ਦੀ ਬਿਜਲੀ ਨਹੀਂ ਚੱਲਦੀ ਸੀ, ਜਿਸ ਕਰਕੇ ਸਿੰਗਲ ਫੇਸ ट्रांसफार्मर ਦੇ ਇਹ ਮਤਲਬ ਕੋਈ चेकिंग कर रहे हैं ਅਸੀਂ। हम शेरगढ़ से पूरी पंचायत आई हुई है जी, और पिछले 1 हफ्ते से लाइट नहीं है हमारे गांव में। बहुत लोग परेशान हैं। एक्शन साहब के पास भी जाए, यहाँ SDO साहब के पास तो 10 बारी आ गए, कोई सुनवाई नहीं हो रही है जी। और जब तक हमारी लाइट की समस्या का हल नहीं होता, यहीं पर बैठे हैं हम। ਖਬਰ ਲੈਂਦਿਆਂ ਕਪੂਰਥਲੇ ਤੋਂ। ਵਿਆਹ ਦਾ ਝਾਂਸਾ ਦੇ ਕੇ ਇੱਕ ਔਰਤ ਨੂੰ ਘਰ ਬੁਲਾਇਆ, ਕੋਲਡ ਡਰਿੰਕਸ ਦੇ ਵਿੱਚ ਕੁਝ ਪਿਲਾ ਕੇ ਮਿਟਾਈ ਆਪਣੀ ਹਵਸ। ਔਰ ਕਾਫੀ ਦੇਰ ਤੋਂ ਇਹ ਸਿਲਸਿਲਾ ਜਾਰੀ ਰਿਹਾ। ਜਦੋਂ ਔਰਤ ਗਰਭਵਤੀ ਹੋ ਗਈ ਤਾਂ ਉਸ ਨੌਜਵਾਨ ਵੱਲੋਂ ਗਰਭਪਾਤ ਕਰਨ ਦਾ ਉਸ ਦੇ ਉੱਪਰ ਦਬਾਅ ਪਾਇਆ ਗਿਆ। ਇਸ ਸੰਬੰਧੀ ਕਿਸ ਨਾਲ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਕੋਲਡ ਡਰਿੰਕ ਕਹਿੰਦਾ ਨਹੀਂ ਪੀਓ। ਮੈਂ ਤੁਹਾਨੂੰ ਦੱਸ ਦਵਾਂ, ਮੇਰੇ ਘਰ ਦੀ ਪਰਸਨਲ ਪ੍ਰੋਬਲਮ ਆ, ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਵਾਂ। ਤੁਸੀਂ ਮੈਨੂੰ ਕੋਈ ਚੰਗੀ ਸਲਾਹ ਦੇ ਦਿਓ। ਫਿਰ ਪਤਾ ਨਹੀਂ ਇਹਨੇ ਕੋਲਡ ਡਰਿੰਕ ਵਿੱਚ ਕੀ ਪਾਇਆ ਸੀਗਾ, ਮੈਨੂੰ 1-2 ਘੰਟੇ ਕੋਈ ਨਹੀਂ ਪਤਾ ਮੈਂ ਕਿੱਥੇ ਸੀਗੀ ਕਿੱਥੇ ਨਹੀਂ ਸੀਗੀ। ਫਿਰ ਬਾਅਦ ਵਿੱਚ ਮੈਂ ਜਦੋਂ ਮੈਨੂੰ ਆਪਣੇ ਹੋਸ਼ ਵਿੱਚ ਆਈ, ਇਹ ਮੈਨੂੰ ਕਿਸੇ ਰੂਮ ਵਿੱਚ ਲੈ ਕੇ ਬੈਠਾ ਹੋਇਆ ਸੀਗਾ। ਅਤੇ ਫਿਰ ਮੈਂ ਪੁੱਛਿਆ, ਮੈਂ ਕਿਹਾ ਆਹ ਕੀ ਹੋਇਆ, ਮੈਨੂੰ ਦੱਸੋ ਸਹੀ, ਆਹ ਤੁਸੀਂ ਕੀ ਕੀਤਾ। ਮੈਂ ਰੋਣ ਲੱਗ ਗਈ। ਮੈਂ ਕਿਹਾ ਮੈਂ ਸਾਰਿਆਂ ਨੂੰ ਦੱਸ ਦੇਣਾ ਵਾ, ਮੈਂ ਆਪਣੇ ਘਰੇ ਦੱਸ ਦੇਣਾ ਕਿ ਤੁਸੀਂ ਇੱਦਾਂ ਕੀਤੀ। ਮੇਰੀਆਂ ਮਿੰਨਤਾਂ ਕਰਨ ਲੱਗ ਗਿਆ, ਕਹਿੰਦਾ ਨਹੀਂ ਮੈਂ ਤੇਰੇ ਨਾਲ ਵਿਆਹ ਕਰਵਾਊਂਗਾ। ਚੱਲ ਕੋਈ ਗੱਲ ਨਹੀਂ, ਅਸੀਂ ਇਹਦੇ ਨਾਲ ਖੜ੍ਹੇ ਹਾਂ ਅਤੇ ਜੇ ਇਹਨੂੰ ਕੋਈ ਇਨਸਾਫ ਨਾ ਮਿਲਿਆ ਅਤੇ ਅਸੀਂ ਇਹਦੇ ਘਰ ਦੇ ਬਾਹਰ ਜਿਹੜਾ ਇਹਨੇ ਧਰਨਾ ਦਊਗੀ ਉਹਦੇ ਨਾਲ ਵਾਂ ਲੇਡੀਜ਼ ਵਾ, ਅਸੀਂ ਮਹਿਲਾ ਵਿੰਗ ਵੱਲੋਂ, ਅਤੇ ਅਸੀਂ ਇਹਦੇ ਨਾਲ ਤੁਰਾਂਗੇ। ਖਬਰ ਲੈਂਦੇ ਹਾਂ ਮੌੜ ਮੰਡੀ ਤੋਂ। ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੇ ਬਿਜਲੀ ਦੇ ਕੱਟਾਂ ਤੋਂ ਲੋਕ ਪਰੇਸ਼ਾਨ ਨੇ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਹੈ ਕਿ ਅਕਾਲੀ ਭਾਜਪਾ ਤੇ ਕਾਂਗਰਸ ਇਸ ਦੀ ਜ਼ਿੰਮੇਵਾਰ ਹੈ। ਇਸ ਵੱਧ ਰਹੀ ਗਰਮੀ ਦੇ ਵਿੱਚ ਕਿਉਂ ਨਹੀਂ ਲੋਕਾਂ ਨੂੰ ਰਾਹਤ ਦੇ ਰਹੀ। ਅਮਨ ਅਰੋੜਾ
ਨੇ ਹੋਰ ਕੀ ਕਿਹਾ, ਆਓ ਸੁਣਦੇ ਹਾਂ। ਦੇਖੋ, ਇਸ ਤਰ੍ਹਾਂ ਹੈ ਕਿ ਵਿਰੋਧੀ ਰਿਐਕਟ ਕਰ ਰਹੇ ਨੇ ਤਾਂ ਇਹ ਤੋਂ ਇਹ ਸਾਡੇ ਲਈ ਸ਼ੁਭ ਸੰਕੇਤ ਨੇ। ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਨੂੰ ਘਬਰਾਹਟ ਹੈ ਕਿ ਜੋ ਅਰਵਿੰਦ ਕੇਜਰੀਵਾਲ ਜੀ ਔਰ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਆ ਜਾਂਦੀ ਹੈ ਤੇ ਉਦੋਂ ਜੋ ਅਰਵਿੰਦ ਜੀ ਨੇ ਤਾਂ ਅਜਿਹੇ ਕੰਮ ਕਰ ਦਿੱਤੇ ਜਿਹੜੇ ਨਹੀਂ ਕਹੇ ਸੀਗੇ, ਦਿੱਲੀ ਦੇ 'ਚ ਉਹ ਵੀ ਕਰਕੇ ਦਿਖਾ ਦਿੱਤੇ। ਤੇ ਹੁਣ ਜਦੋਂ ਪਹਿਲੀ ਵਾਰ ਆ ਕੇ ਗਰੰਟੀ ਦੇ ਕੇ ਗਏ ਨੇ, ਵਾਅਦਾ ਕਰਕੇ ਗਏ ਨੇ, ਤੇ ਉਸੇ ਤਰਜ਼ ਦੇ ਉੱਪਰ ਜਿਹੜਾ ਹੈਗਾ ਪਾਵਰ ਸੈਕਟਰ ਨੂੰ ਰਿਫਾਰਮ ਕਰਕੇ ਇੱਕ ਬਿੱਲ ਸਾਈਕਲ ਦਾ 600 ਯੂਨਿਟ ਹੈ ਜਿਹੜਾ ਉਹ 600 ਯੂਨਿਟ ਮਾਫ ਹੋਏਗਾ। ਉਸ ਤੋਂ ਉੱਪਰ ਜੇ ਕੋਈ ਆਏਗਾ, ਸਪੋਜ਼ 610 ਹੋ ਗਏ ਤਾਂ 10 ਯੂਨਿਟ ਦਾ ਜਿਹੜਾ ਬਿੱਲ ਹੈ ਉਹ ਆਏਗਾ। ਇਹ ਚੀਜ਼ ਨੂੰ ਵਿਰੋਧੀ ਧਿਰਾਂ ਨੇ ਮੀਡੀਆ, ਸੋਸ਼ਲ ਮੀਡੀਆ ਦੇ ਜ਼ਰੀਏ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਜ਼ਮੀਨੀ ਝਗੜੇ ਦੇ ਰੰਜਿਸ਼ ਨੂੰ ਲੈ ਕੇ ਇੱਕ ਭੱਠਾ ਮਾਲਕ ਦੇ ਉੱਪਰ ਕੁਝ ਲੋਕਾਂ ਵੱਲੋਂ ਜਾਨ ਲੈਣ ਦੀ ਨੀਅਤ ਨਾਲ ਕੀਤਾ ਗਿਆ ਹਮਲਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਕਿਸ ਨਾਲ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਇਹ SHO ਜੀ ਫੜ ਨਹੀਂ ਰਿਹਾ। 29/5 ਨੂੰ ਮੇਰੇ ਸੱਟਾਂ ਮਾਰੀਆਂ ਜੀ, ਮੈਨੂੰ ਮਾਰ ਕੇ ਸਿੱਟ ਗਏ ਸੀਗੇ। 48 ਟਾਂਕੇ ਮੇਰੇ ਸਿਰ 'ਚ ਹੈ, 15 ਟਾਂਕੇ ਮੇਰੇ ਲੱਤ 'ਤੇ ਹੈ। ਅੱਖ ਮੇਰੀ ਡੈਮੇਜ ਹੋ ਗਈ ਜੀ, ਦੂਜੀ ਦੀ ਵੀ ਨਿਗਾਹ 'ਤੇ ਅਸਰ ਪੈ ਗਿਆ ਉਹਦੇ ਨਾਲ। ਡਾਕਟਰ ਨੇ ਐਮਰਜੈਂਟਲੀ ਆਪਰੇਸ਼ਨ ਕੀਤਾ ਹੈ। ਮੂੰਹ 'ਤੇ ਮੇਰੇ 3 ਟਾਂਕੇ ਜੀ। ਮੇਰੇ ਛੋਟੇ ਭਾਈ ਦੇ ਇਹ ਪੱਠੇ ਦੇ ਉੱਤੇ ਜ਼ਿਮੀਂਦਾਰ ਗੈਰੀ ਬੁੱਟਰ ਦੇ ਉਹ ਸੱਟਾਂ ਮਾਰ ਗਏ ਸੀਗੇ, ਜਿਹੜੇ ਕਿ ਉਹ ਮਾਰ ਕੇ ਸਿੱਟ ਕੇ ਗਏ ਸੀਗੇ ਵੀ ਤਾਂ 2 ਦਿਨਾਂ ਦੇ ਵਿੱਚ ਜਾਂ 4 ਦਿਨਾਂ ਵਿੱਚ ਅਸੀਂ ਮੁਲਜ਼ਮਾਂ ਨੂੰ ਫੜ ਦਾਂਗੇ। ਇਹਨਾਂ ਨੇ ਕੋਈ ਮੁਲਜ਼ਮਾਂ ਨੂੰ ਫੜਿਆ ਨਹੀਂ। ਅੱਜ ਫਿਰ ਸਾਨੂੰ ਮਜਬੂਰਨ ਇੱਥੇ ਧਰਨਾ ਲਾਉਣਾ ਪਿਆ। ਇਹਦਾ ਗੈਰੀ ਬੂਟਰ ਪੱਠਾ ਲੱਗਿਆ ਸੀਗਾ ਜੀ। ਪੱਠਾ ਲੱਗੇ ਤੇ ਉਹ ਆ ਕੇ ਪੱਠੇ ਤੇ ਆ ਕੇ ਇਹਦੇ ਸੱਟਾਂ ਮਾਰ ਗਏ ਜੀ। ਇਹਨਾਂ ਦਾ ਕੋਈ ਜ਼ਮੀਨੀ ਵਿਵਾਦ ਸੀਗਾ ਜੀ, ਤੇ ਇਹ ਉਹ ਮਾਰ ਕੇ ਸਿੱਟ ਕੇ ਗਏ ਆ ਜੀ। ਪਹਿਲਾਂ ਤਾਂ ਕਹਿੰਦੇ ਜੀ ਇਹ 24 ਬਣਾਈ ਹੈ ਜੀ, ਫਿਰ ਕਹਿੰਦੇ ਵਾਧਾ ਕਰਤਾ 26 ਬਣਾਤੀ ਜੀ। ਹੁਣ 26 ਤੋਂ ਅਸੀਂ ਤਾਂ 307-8 ਦਾ ਕੇਸ ਬਣਦਾ ਜੀ, ਬਾਕੀ 452 ਲੱਗਣੀ ਚਾਹੀਦੀ। ਜਿਹੜਾ ਮਤਲਬ ਘਰਾਂ ਨੂੰ ਜੋ ਪੱਠਿਆ ਇਹਦਾ ਪੱਠੇ ਤੇ ਸੀਗਾ ਜੀ, ਤੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਮਾਮਲਾ ਇਹਦੇ ਇੱਕ ਨਾ ਧਰਮਪਾਲ ਨਾਂ ਦਾ ਹੈ ਸੇਠ ਆ, ਉਹਦੀ ਕੁੱਟਮਾਰ ਹੋਈ ਸੀ ਗੈਰੀ ਬੁੱਟਰ। ਉਹਦੇ ਵਿੱਚ 326 ਦਾ ਵਾਧਾ ਹੋਏਗਾ ਤੇ ਦੋਸ਼ੀ ਵਿੱਚ ਭੱਜੇ ਹੋਏ ਨੇ। ਉਹਨਾਂ 'ਤੇ ਬਾਰ-ਬਾਰ ਰੇਡ ਕੀਤਾ ਜਾ ਰਿਹਾ ਪਰ ਉਹ ਘਰ ਹਾਜ਼ਰ ਨਹੀਂ ਮਿਲੇ। ਤੇ ਨਹੀਂ ਅਜਿਹੀ ਕੋਈ ਗੱਲ ਨਹੀਂ, ਬਾਰ-ਬਾਰ ਡੇਲੀ ਰੇਡ ਕਰ ਰਹੇ ਨੇ। ਉਹ ਰਿਸ਼ਤੇਦਾਰਾਂ 'ਤੇ ਕਰ ਰਹੇ ਆ, ਉਹ ਯਾਰਾਂ ਦੋਸਤਾਂ 'ਤੇ ਕਰ ਰਹੇ ਆ, ਪਰ ਹਜੇ ਉਹ ਹੱਥ ਨਹੀਂ ਲੱਗੇ। ਘਰ ਲੋਕ ਲੱਗੇ ਹੋਏ ਆ, ਘਰ ਹੈ ਨਹੀਂ ਕੋਈ। ਖਬਰ ਲੈਂਦੇ ਹਾਂ ਤਲਵੰਡੀ ਸਾਬੋ ਤੋਂ। 2022 ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਹਰ ਇੱਕ ਸਿਆਸੀ ਪਾਰਟੀ ਵੱਲੋਂ ਆਪਣੀ ਸਿਆਸਤ ਗਰਮਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਬੀਬੀ ਬਲਜਿੰਦਰ ਕੌਰ ਵੱਲੋਂ ਬਕਾਇਦਾ ਤੌਰ ਤੇ ਤਲਵੰਡੀ ਸਾਬੋ ਵਿੱਚ ਆਪਣਾ ਦਫ਼ਤਰ ਖੋਲ੍ਹਿਆ ਗਿਆ ਹੈ ਔਰ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਦੇ ਖੋਲ੍ਹੇ ਦਫ਼ਤਰ ਦਾ ਵਿਰੋਧ ਕੀਤਾ ਹੈ। ਇਸ ਦੌਰਾਨ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਅਸੀਂ ਬੀਬਾ ਬਲਜਿੰਦਰ ਕੌਰ ਨੂੰ ਅੱਜ ਤੋਂ 4.5 ਸਾਲ ਪਹਿਲਾਂ ਸਾਰੇ ਹਲਕੇ ਨੇ 20,000 ਵੋਟ ਤੇ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਸੀ। ਬੜੀ ਬਹੁਮਤ ਨਾਲ ਇੱਕ ਵਿਰੋਧੀ ਧਿਰ ਬਣਾ ਕੇ ਭੇਜਿਆ ਸੀ ਵੀ ਸਾਡੇ ਮੁੱਦੇ ਉਠਾਉਣਗੇ ਤੇ ਸਾਡੇ ਮੁੱਦਿਆਂ ਦੀ ਗੱਲ ਕਰਨਗੇ। ਤੇ ਉਸ ਤੋਂ ਬਾਅਦ ਕੀ ਹੋਇਆ ਜੀ, ਅੱਜ 4.5 ਸਾਲਾਂ ਬਾਅਦ ਅਸੀਂ ਬੀਬਾ ਜੀ ਨੂੰ ਵੇਖਿਆਗਾ ਸਾਡੇ ਹਲਕੇ ਦੇ ਵਿੱਚ। ਵੀ 4.5 ਸਾਲ ਹੋ ਗਏ, ਤੁਸੀਂ ਇੱਕ ਦਿਨ ਆਏ ਨਹੀਂ, ਇੱਕ ਦਿਨ ਲੋਕਾਂ ਨੇ ਤੁਸੀਂ ਆਵਾਜ਼ ਨਹੀਂ ਚੱਕੀ। ਕਿਤੇ ਮੈਂ ਸੰਸਦ ਦੇ ਵਿੱਚ ਨਹੀਂ ਸੁਣਿਆ ਵੀ ਸਾਡੇ ਤਲਵੰਡੀ ਸਾਬੋ ਹਲਕੇ ਲਈ ਤੁਸੀਂ ਬੋਲ ਰਹੇ ਹੋ, ਕੋਈ ਸਾਡਾ ਉੱਥੇ ਜਾ ਕੇ ਵਿਧਾਨ ਸਭਾ ਦੇ ਵਿੱਚ ਪੱਖ ਰੱਖ ਰਹੇ ਹੋ। ਪਰ ਹੁਣ ਸਾਨੂੰ ਇਹ ਗੱਲ ਦੱਸਣਾ ਚਾਹੁੰਦੇ 4.5 ਸਾਲਾਂ ਬਾਅਦ ਅਸੀਂ ਦਿਸ ਗਏ, ਆਮ ਲੋਕਾਂ ਦੇ ਲੋਕ ਦਿਸ ਗਏ ਵੀ ਸੋਥੋਂ ਅਸੀਂ ਇਹ ਇਕੱਲੀਆਂ ਵੋਟਾਂ ਲੈਣ ਹੀ ਆਉਂਦੇ ਆ। ਆਮ ਆਦਮੀ ਪਾਰਟੀ ਇੱਕ ਵਧੀਆ ਟੀਚਾ ਲੈ ਕੇ ਆਈ ਸੀ ਵੀ ਲੋਕਾਂ ਲਈ, ਸਾਨੂੰ ਵੀ ਸੀਗਾ ਵੀ ਕੁਛ ਕਰੂਗੀ, ਪਰ ਉਹ ਸਾਰੇ ਚੀਜ਼ਾਂ ਤੋਂ ਨਾਕਾਮ ਰਹੀ। ਸ਼੍ਰੋਮਣੀ ਭਗਤ ਬਾਬਾ ਸੈਨ ਜੀ ਦੇ ਵਿਆਹ ਸੰਬੰਧੀ ਅੱਜ ਧਾਰਮਿਕ ਦੀਵਾਨ ਸਜਾਏ ਗਏ। ਸੰਗਤਾਂ ਵੱਲੋਂ ਸਵੇਰੇ ਗੁਰੂ ਘਰ ਆ ਕੇ ਗੁਰਬਾਣੀ ਦਾ ਆਨੰਦ ਮਾਣਿਆ ਅਤੇ ਸਰੋਵਰ ਵਿੱਚ ਇਸ਼ਨਾਨ ਕਰਕੇ ਅਕਾਲ ਪੁਰਖ ਦਾ ਸ਼ੁਕਰ ਅਦਾ ਕੀਤਾ। ਇਸ ਸੰਬੰਧੀ ਕਿਸ ਨਾਲ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਦਾਸ ਤਰਲੋਚਨ ਸਿੰਘ ਸੋਹਲ। ਅਸੀਂ ਭਗਤ ਸੈਨ ਜੀ ਦੇ ਜਨਮ ਸਥਾਨ ਪਿੰਡ ਸੋਹਲ, ਜ਼ਿਲ੍ਹਾ ਤਰਨਤਾਰਨ ਵਿਖੇ ਖੜੇ ਹਾਂ, ਸਾਰੇ ਸੇਵਾਦਾਰ ਸਿੰਘ। ਅੱਜ ਇੱਥੇ ਭਗਤ ਜੀ ਹੁਣਾਂ ਦਾ ਵਿਆਹ ਪੁਰਬ ਸਮਾਗਮ ਮਨਾਇਆ ਜਾ ਰਿਹਾ ਹੈ। ਜਿਹੜਾ ਸਾਲਾਨਾ ਜੋੜ ਮੇਲਾ ਵਾ ਉਹ ਬਹੁਤ ਵੱਡੇ ਪੱਧਰ 'ਤੇ ਸੰਗਤਾਂ ਜਿਹੜੀਆਂ ਉਹ ਮਨਾ ਰਹੀਆਂ ਨੇ। ਇੱਥੇ ਲੋਕਲ ਕਮੇਟੀ ਹੈ ਜੀ, ਲੋਕਲ ਕਮੇਟੀ ਦੇ ਨਾਲ ਪ੍ਰਬੰਧ ਜਿਹੜਾ ਵਾ ਉਹ ਬਹੁਤ ਸੋਹਣਾ ਚੱਲ ਰਿਹਾ ਤੇ ਅੱਜ ਇੱਥੇ ਦੀਵਾਨ ਜਿਹੜਾ ਵਾ ਉਹ ਚੱਲ ਰਿਹਾ। ਭਗਤ ਸੈਨ ਜੀ ਜਨਮ ਸਥਾਨ 'ਤੇ ਇੱਥੇ ਸੇਵਾਦਾਰ ਦੀ ਡਿਊਟੀ ਕਰਦੇ ਆ। ਭਗਤਾਂ ਜੀ ਦੇ ਅਸਥਾਨ ਦੀ ਸੇਵਾ ਕਰਨ ਦਾ ਸਮਾਂ ਮਿਲਿਆ। ਇੱਥੇ ਜਿਹੜੇ ਭਗਤ ਜੀ ਨੇ ਇਤਿਹਾਸ ਮੁਤਾਬਕ 1400 ਦੇ ਵਿੱਚ ਭਗਤ ਸੈਨ ਜੀ ਦਾ ਜਨਮ ਹੋਇਆ
ਇੱਥੇ ਜਿਹੜਾ ਨਗਰ ਸੀਗਾ ਇਹ ਭਗਤੂਪੁਰਾ ਪਿੰਡ ਸੀਗਾ ਪੁਰਾਤਨ ਸਮੇਂ ਦੇ ਵਿੱਚ, ਤੇ ਕੁਝ ਸਮੇਂ ਬਾਅਦ ਇੱਥੇ ਜਿਹੜਾ ਉਹ ਕਾਲ ਪੈ ਜਾਂਦਾ ਤੇ ਭਗਤ ਜੀ ਹੋਣੀ ਇੱਥੋਂ ਦਿੱਲੀ ਨੂੰ ਰਵਾਨਾ ਹੋ ਜਾਂਦੇ ਆ। ਇਹ ਜਿਹੜਾ ਅਸਥਾਨ ਆ ਇਹ ਜਨਮ ਅਸਥਾਨ ਦੇ ਨਾਲ ਜਿਹੜਾ ਉਹ ਜਾਣਿਆ ਜਾਂਦਾ ਅਸਥਾਨ ਆ। ਖਬਰ ਲੈਂਦੇ ਹਾਂ ਸਿੰਘੂ ਬਾਰਡਰ ਤੋਂ। ਅਲੱਗ-ਅਲੱਗ ਬਾਰਡਰਾਂ ਤੇ ਬੈਠੇ ਕਿਸਾਨ ਜਿਨ੍ਹਾਂ ਨੂੰ ਕਿ 8 ਮਹੀਨੇ ਦਾ ਸਮਾਂ ਹੋ ਚੱਲਿਆ ਔਰ ਅਜੇ ਤੱਕ ਵੀ ਕੇਂਦਰ ਸਰਕਾਰ ਟਸ ਤੋਂ ਮਸ ਹੁੰਦੀ ਨਜ਼ਰ ਨਹੀਂ ਆ ਰਹੀ। ਕਿਸਾਨਾਂ ਨੇ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸੰਸਦ ਦਾ ਘਿਰਾਓ ਕਰਾਂਗੇ, ਆਪਣੀ ਨਾਰਾਜ਼ਗੀ ਦਾ ਇਜ਼ਹਾਰ ਕਰਾਂਗੇ ਔਰ ਜੇਕਰ ਕੇਂਦਰ ਸਰਕਾਰ ਦੇ ਉੱਪਰ ਅਜੇ ਵੀ ਕੋਈ ਦਬਾਅ ਨਹੀਂ ਬਣਿਆ ਤੇ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਲਿੱਤੇ ਗਏ। ਅੱਜ ਚਾਰੇ ਪਾਸੇ ਬਾਰਡਰਾਂ ਤੇ ਬੈਠੇ ਕਿਸਾਨਾਂ ਨੂੰ 8 ਮਹੀਨੇ ਦਾ ਸਮਾਂ ਹੋ ਚੱਲਿਆ ਹੈ। ਇਸ ਦੌਰਾਨ ਬਹੁਤ ਸਾਰੀਆਂ ਸ਼ਹਾਦਤਾਂ ਹੋਈਆਂ ਨੇ ਪਰ ਕੇਂਦਰ ਸਰਕਾਰ ਟਸ ਤੋਂ ਮਸ ਹੁੰਦੀ ਨਜ਼ਰ ਨਹੀਂ ਆ ਰਹੀ। ਪੈਟਰੋਲ ਤੇ ਡੀਜ਼ਲਾਂ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਰੋਸ ਹੈ। ਅੱਜ ਡੀਜ਼ਲ ਦੀ ਕੀਮਤ ਦੇ ਵਿੱਚ ਵਾਧਾ ਤਾਂ ਨਹੀਂ ਹੋਇਆ ਪਰ ਪੈਟਰੋਲ ਦੇ ਵਿੱਚ 35 ਪੈਸੇ ਵਧਣ ਦੇ ਨਾਲ ਕਿਤੇ ਨਾ ਕਿਤੇ ਹਾਹਾਕਾਰ ਮਚੀ ਹੋਈ ਹੈ। ਇਸ ਸੰਬੰਧ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਔਰ ਕੇਂਦਰ ਸਰਕਾਰ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਵੱਧ ਰਹੀ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ ਤੇ ਹੋਰ ਸਾਜੋ ਸਮਾਨ ਦੇ ਵਿੱਚ ਜੋ ਮਹਿੰਗਾਈ ਦਰ ਵੱਧ ਰਹੀ ਹੈ ਉਸ ਤੇ ਕੰਟਰੋਲ ਕੀਤਾ ਜਾਵੇ ਔਰ ਆਮ ਆਦਮੀ ਨੂੰ ਰਾਹਤ ਦਿੱਤੀ ਜਾਵੇ। ਪੈਟਰੋਲ ਦੇ ਵਿੱਚ ਦਿਨੋਂ ਦਿਨ ਵਾਧੇ ਦੇ ਕਾਰਨ ਲੋਕਾਂ ਦੇ ਵਿੱਚ ਭਾਰੀ ਵਿਰੋਧ ਪਾਇਆ ਜਾ ਰਿਹਾ ਹੈ। ਨਾਭਾ ਤੋਂ ਖਬਰ ਲੈਂਦੇ ਹਾਂ। ਨਾਭਾ ਦੇ ਪਿੰਡ ਕੱਲੋ ਮਾਜਰਾ ਵਿੱਚ ਸਾਧੂ ਸਿੰਘ ਧਰਮਸੋਤ ਦਾ ਇੱਕ ਵਾਰ ਫਿਰ ਵਿਰੋਧ ਹੋਇਆ। ਜਦੋਂ ਸਾਧੂ ਸਿੰਘ ਧਰਮਸੋਤ ਪਿੰਡ ਦੇ ਵਿਕਾਸ ਵਾਸਤੇ ਪਿੰਡ ਪਹੁੰਚੇ ਤਾਂ ਲੋਕਾਂ ਨੇ ਉਹਨਾਂ ਦੀ ਗੱਡੀ ਦੇ ਅੱਗੇ ਮੋਟਰਸਾਈਕਲ ਖੜੇ ਕਰ ਦਿੱਤੇ ਔਰ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਾਲਾਂਕਿ ਸਾਧੂ ਸਿੰਘ ਧਰਮਸੋਤ ਵੱਲੋਂ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਲੇਕਿਨ ਲੋਕ ਜਿਹੜੇ ਸੀ ਉਹ ਟਸ ਤੋਂ ਮਸ ਨਹੀਂ ਸੀ ਹੋ ਰਹੇ। ਜਿਵੇਂ ਜਿਵੇਂ ਵੋਟਾਂ ਨਜ਼ਦੀਕ ਆ ਰਹੀਆਂ ਨੇ ਲੋਕ ਇਸ ਕਦਰ ਸੁਚੇਤ ਹੋ ਰਹੇ ਨੇ ਕਿ ਉਹ ਕਿਸੇ ਵੀ ਨੇਤਾ ਦਾ ਵਿਰੋਧ ਜੋ ਕਰਦੇ ਨੇ ਔਰ ਉਹਨਾਂ ਦੇ ਕੋਲੋਂ ਪੁੱਛਦੇ ਨੇ ਸਵਾਲ ਕਿ 5 ਸਾਲ ਦੀ ਸਰਕਾਰ ਦੇ ਵਿੱਚ ਤੁਸੀਂ ਲੋਕਾਂ ਦੀ ਭਲਾਈ ਲਈ ਕੀ ਕੀਤਾ ਹੈ। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ A1 ਪੰਜਾਬੀ ਟੀਵੀ ਦੇ ਨਾਲ। ਸਤਿ ਸ੍ਰੀ ਅਕਾਲ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, यानी कि 125 बीमारियां दा संपूर्ण इलाज। फ्री रिलीफ विजिलैक्स वेट लूज, मोटापे तो परेशान होने की जरूरत नहीं, वजन घटाओ ते खुश हो जाओ। फ्री रिलीफ पावर मर्दाना कमजोरी नू खत्म करता है ते नरक भरी जिंदगी विच लियाउंदा है रौनक। फ्री रिलीफ पावर कब्ज तो परेशान होने की हुण जरूरत नहीं है, कब्ज तो छुटकारा पाउण लई आ गया कब्ज हर चूरन। कब्ज हर चूरन नू अपनाओ ते कब्ज तो छुटकारा पाओ। हुण तक लखां मरीज लै चुके ने फायदा। वधेरे जानकारी लई तुसी संपर्क कर सकते हो 94 784 84 087। नंबर एक बार फिर तुसी नोट कर सकते हो 9478 48 4087।